ਹੈਲੋ ਫਰੈਂਡਸ, ਮੇਰਾ ਨਾਮ ਹੈ ਦਿਲ ਸੰਧੂ ਤੇ ਮੈਂ CICC ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਬੇਸਡ ਆਊਟ ਆਫ ਓਨਟਾਰੀਓ ਕੈਨੇਡਾ। ਅੱਜ ਆਪਾਂ ਗੱਲ ਕਰਾਂਗੇ ਨੋਵਾ ਸਕੋਸ਼ੀਆ ਦੇ PNP। ਕਿਹੜੀਆਂ ਦੋ ਤਿੰਨ ਚੀਜ਼ਾਂ ਤੁਹਾਨੂੰ ਬਹੁਤ ਇੰਪੋਰਟੈਂਟ ਹੈ, ਤੁਸੀਂ ਧਿਆਨ ਰੱਖੋ ਬਿਫੋਰ ਯੂ ਟੇਕ ਦ ਪਲੰਜ ਤੇ ਤੁਸੀਂ ਨੋਵਾ ਸਕੋਸ਼ੀਆ ਮੂਵ ਕਰੋ। ਕਿਉਂਕਿ ਮੈਂ ਦੇਖਿਆ ਕਿ ਅੱਜ ਦੀ ਡੇਟ 'ਚ ਕਾਫੀ ਹਰਡ ਮੈਂਟੈਲਿਟੀ ਹੈ, ਕੁਛ ਹੱਦ ਤੱਕ ਸਹੀ ਵੀ ਹੈ, ਬਟ ਦੇਰ ਇਜ਼ ਆਲਸੋ ਬਿਟ ਆਫ ਈਗਰਨੈਸ ਟੂ ਗੋ ਕਿ ਨੋਵਾ ਸਕੋਸ਼ੀਆ ਚਲੇ ਜਾਈਏ। ਪਰ ਆਹ ਦੋ ਤਿੰਨ ਚੀਜ਼ਾਂ ਦਾ ਧਿਆਨ ਤੁਸੀਂ ਜ਼ਰੂਰ ਰੱਖੋ ਅਗਰ ਇਫ ਯੂ ਆਰ ਡਿਸਾਈਡਿੰਗ ਟੂ ਮੂਵ ਟੂ ਨੋਵਾ। ਸੋ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਜੇ ਤੁਸੀਂ ਅਪਲਾਈ ਕਰ ਰਹੇ ਹੋ ਨੋਵਾ ਸਕੋਸ਼ੀਆ ਦੀ PNP ਦੇ ਵਿੱਚ। ਸੋ ਜਿਹੜੀਆਂ ਮੋਟੀਆਂ-ਮੋਟੀਆਂ ਚਾਰ ਸਟਰੀਮਸ ਹੈਗੀਆਂ ਨੋਵਾ ਸਕੋਸ਼ੀਆ ਜਿਹੜੀਆਂ ਮੋਸਟਲੀ ਲੋਕੀ ਜਿਹਦੇ ਅੰਦਰ ਉਹ ਅਪਲਾਈ ਕਰਦੇ ਆ। ਸੋ ਵਨ ਇਜ਼ ਇੰਟਰਨੈਸ਼ਨਲ ਗ੍ਰੈਜੂਏਟਸ ਇਨ ਡਿਮਾਂਡ, ਦੂਜੀ ਹੈ ਸਕਿਲਡ ਵਰਕਰ, ਤੀਜੀ ਹੈ ਆਕੂਪੇਸ਼ਨਸ ਇਨ ਡਿਮਾਂਡ ਤੇ ਚੌਥੀ ਹੈ ਨੋਵਾ ਸਕੋਸ਼ੀਆ ਐਕਸਪੀਰੀਅੰਸ ਐਕਸਪ੍ਰੈਸ ਐਂਟਰੀ ਸਟਰੀਮ। ਸੋ ਦੋ ਜਿਹੜੀਆਂ ਮੈਂ ਚੀਜ਼ਾਂ ਕਹਿ ਰਿਹਾ ਸੀਗਾ ਕਿ ਜਿਨ੍ਹਾਂ ਦਾ ਧਿਆਨ ਰੱਖਣਾ, ਜੋ ਮੈਕਸਿਮਮ ਜਿੱਥੇ ਗਲਤੀਆਂ ਹੁੰਦੀਆਂ ਉਹ ਹੈਗੀਆਂ। ਪਹਿਲੀ ਗੱਲ ਹੈ ਕਿ ਇੰਪਲੋਇਰ ਰਿਕੁਆਇਰਮੈਂਟਸ, ਰਾਈਟ। ਸੋ ਲੈਟਸ ਗੋ ਵਨ ਬਾਏ ਵਨ। ਸੋ ਪਹਿਲੀ ਗੱਲ ਹੈ ਕਿ ਜਿਹੜੀ ਤੁਹਾਡੀ ਜੌਬ ਆਫਰ ਹੈ ਉਹ ਮਸਟ ਵੀ ਪਰਮਾਨੈਂਟ ਤੇ ਫੁੱਲ ਟਾਈਮ ਹੋਣੀ ਚਾਹੀਦੀ ਹੈ। ਤੇ ਜਿਹੜੇ ਤੁਹਾਡੇ ਵੇਜਿਸ ਹੈਗੇ ਹੈ, ਇਟ ਸ਼ੁੱਡ ਮੀਟ ਦ ਪ੍ਰੋਵਿੰਸ਼ੀਅਲ ਵੇਜ ਲੈਵਲ ਫॉर दैट ਸਪੈਸਿਫਿਕ ਆਕੂਪੇਸ਼ਨ। ਫॉर ਐਗਜ਼ਾਮਪਲ, ਅਗਰ ਜਿਹੜਾ ਲੋਐਸਟ ਵੇਜ ਲੈਵਲ ਹੈਗਾ ਫॉर ਐਗਜ਼ਾਮਪਲ ਵੈਬ ਡਿਵੈਲਪਰ ਦਾ, ਅਗਰ ਉਹ $17 ਹੈ ਨੋਵਾ ਸਕੋਸ਼ੀਆ 'ਚ, ਇਹ ਐਜ਼ ਅ ਐਗਜ਼ਾਮਪਲ ਲੈ ਕੇ ਚੱਲ ਰਹੇ ਆਪਾਂ। ਤੇ ਅਗਰ ਤੁਹਾਨੂੰ ਵੇਜਿਸ ਆਫਰ ਹੋ ਰਹੇ 16 ਤੇ ਤੁਸੀਂ ਯੂ ਵਿਲ ਨਾਟ ਬੀ ਐਲੀਜੀਬਲ ਫॉर दैट। ਸੋ ਮੇਕ ਸ਼ੋਰ ਕਿ ਤੁਹਾਡਾ ਵੇਜ ਲੈਵਲ ਪਹਿਲਾਂ ਤਾਂ ਮੀਟ ਕਰਦਾ ਹੋਵੇ, ਰਾਈਟ। ਦੂਜੀ ਚੀਜ਼ ਹੈ ਇੰਪਲੋਇਰ ਦੇ ਰਿਲੇਟਡ ਰਿਕੁਆਇਰਮੈਂਟ। ਪਹਿਲਾਂ ਤਾਂ ਆਪਾਂ ਡਿਫਾਈਨ ਕਰੀਏ ਕਿ ਨੋਵਾ ਸਕੋਸ਼ੀਆ ਇੰਪਲੋਇਰ ਕਿਹੜਾ ਹੈਗਾ। ਨੋਵਾ ਸਕੋਸ਼ੀਆ ਇੰਪਲੋਇਰ ਦਾ ਕੁਝ ਕ੍ਰਾਈਟੇਰੀਆ। ਪਹਿਲਾ ਕ੍ਰਾਈਟੇਰੀਆ ਹੈ ਕਿ ਜੇ ਉਹ ਕਮਰਸ਼ੀਅਲ ਬਿਜ਼ਨਸ ਹੈ ਤਾਂ ਉਹ ਰਜਿਸਟਰਡ ਹੋਣਾ ਚਾਹੀਦਾ ਨੋਵਾ ਸਕੋਸ਼ੀਆ ਰਜਿਸਟਰੀ ਆਫ ਸਟਾਕ ਜੁਆਇੰਟ ਸਟਾਕ ਕੰਪਨੀਜ਼, ਤੇ ਇਟ ਸ਼ੁੱਡ ਬੀ ਅ ਪਰਮਾਨੈਂਟ ਐਸਟੈਬਲਿਸ਼ਮੈਂਟ ਐਜ਼ ਡਿਫਾਈਨਡ ਬਾय ਦ ਕੈਨੇਡਾਜ਼ ਇਨਕਮ ਟੈਕਸ ਐਕਟ। ਦੂਜੀ ਚੀਜ਼, ਅਗਰ ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਤਾਂ ਉਹਨੂੰ ਸੁਸਾਇਟੀਜ਼ ਐਕਟ ਨਾਲ ਰਜਿਸਟਰਡ ਹੋਣਾ ਚਾਹੀਦਾ। ਤੀਜੀ ਚੀਜ਼, ਜਿਹੜਾ ਇੰਪਲੋਇਰ ਹੈ ਮਸਟ ਹੈਵ ਬੀਨ ਆਪਰੇਟਿੰਗ ਇਨ ਨੋਵਾ ਸਕੋਸ਼ੀਆ ਫॉर ਲਾਸਟ 2 years। ਇਹਦੇ 'ਚ ਵੀ ਗਲਤੀ ਹੋ ਜਾਂਦੀ, ਕਈ ਸਟੂਡੈਂਟਸ ਜਾਂਦੇ ਹੋ ਨਵੀਂ, ਉਹਨਾਂ ਨੇ ਕਿਸੇ ਨੇ ਕੰਪਨੀ ਖੋਲ੍ਹੀ ਹੁੰਦੀ ਹੈ, ਸਾਲ ਹੋਇਆ ਹੁੰਦਾ, ਯੂ ਆਰ ਨਾਟ ਐਲੀਜੀਬਲ ਇਫ ਦ ਪਰਸ ਇਫ ਯੂ ਹੈਵ ਬੀਨ ਵਰਕਿੰਗ ਵਿਦ ਦਿਸ, ਜਾਂ ਤੁਹਾਨੂੰ ਜੌਬ ਆਫਰ ਉਸ ਕੰਪਨੀ ਤੋਂ ਮਿਲੀ ਹੈ ਜਿਹੜਾ ਨੋਵਾ ਸਕੋਸ਼ੀਆ 'ਚ ਐਟਲੀਸਟ 2 ਸਾਲ ਤੋਂ ਐਕਟਿਵ ਨਹੀਂ ਹੈ। ਤੋ ਜਿਹੜੀ ਅਨਦਰ ਥਿੰਗ ਵਿਚ ਇਜ਼ ਇੰਪੋਰਟੈਂਟ ਇਜ਼ ਇੰਪਲੋਇਰ ਰਜਿਸਟ੍ਰੇਸ਼ਨ ਸਰਟੀਫਿਕੇਟ। ਜਦੋਂ ਤੁਸੀਂ PNP ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਇੰਪਲੋਇਰ ਰਜਿਸਟ੍ਰੇਸ਼ਨ ਸਰਟੀਫਿਕੇਟ ਚਾਹੀਦਾ ਹੁੰਦਾ। ਅਦਰਵਾਈਜ਼ ਪ੍ਰੋਬਲਮ ਆ ਸਕਦੀ ਹੈ ਉਹਦੇ ਵਿੱਚ, ਉਹ ਤੁਹਾਡੀ ਰਿਟਰਨ ਵੀ ਹੋ ਸਕਦੀ ਹੈ ਜਾਂ ਤੁਹਾਡੇ ਤੋਂ ਉਹ ਡਾਕੂਮੈਂਟ ਬਾਅਦ 'ਚ ਮੰਗਣਗੇ, ਰਾਈਟ। ਸੋ ਮੇਕ ਸ਼ੋਰ ਕਿ ਤੁਸੀਂ ਜਿਸ ਸਟਰੀਮ 'ਚ ਅਪਲਾਈ ਕਰ ਰਹੇ ਹੋ ਉਹਦੇ ਲਈ ਇੰਪਲੋਇਰ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਹੜਾ ਤੁਹਾਡੇ ਇੰਪਲੋਇਰ ਕੋਲ ਹੈਗਾ ਉਹ। ਅਨਦਰ ਥਿੰਗ ਇਜ਼ ਜਿਹੜਾ ਇੰਪਲੋਇਰ ਹੈ ਉਹ ਬਾਕੀ ਸੇਫਟੀ ਸਟੈਂਡਰਡਸ ਵਗੈਰਾ ਮੀਟ ਕਰਦਾ ਹੋਏ, ਕੋਈ ਵਾਇਓਲੇਸ਼ਨ ਨਾ ਕੀਤੀ ਹੋਏ। ਸੋ ਉਹ ਸਾਰੀ ਚੀਜ਼ਾਂ ਇੰਪੋਰਟੈਂਟ ਹੈਗੀਆਂ, ਉਹ ਤੁਸੀਂ ਡਿਟੇਲ ਤੇ ਵੈਬਸਾਈਟ 'ਤੇ ਦੇਖ ਸਕਦੇ ਹੋ। ਸੈਕਿੰਡ ਲਾਸਟ ਥਿੰਗ ਇਜ਼ ਜਿਹੜਾ ਇੰਪਲੋਇਰ ਹੈ ਸ਼ੁਡਨਟ ਬੀ ਐਨ ਏਜੰਸੀ ਔਰ ਰਿਪਲੇਸਮੈਂਟ ਫਰਮ। ਇਹ ਨਹੀਂ ਕਿ ਤੁਸੀਂ ਕਿਸੇ ਏਜੰਸੀ ਲਈ ਕੰਮ ਕਰਦੇ ਹੋ, ਉਹ ਫਿਰ ਅੱਗੇ ਤੁਹਾਨੂੰ ਕਿਤੇ ਪਲੇਸ ਕਰਦੇ ਕਿਸੇ ਹੋਰ ਆਰਗੇਨਾਈਜੇਸ਼ਨ 'ਚ। ਤੁਸੀਂ ਏਜੰਸੀ 'ਚ ਉਦੋਂ ਹੀ ਕੰਮ ਕਰ ਸਕਦੇ ਹੋ ਕਿ ਜਦੋਂ ਤੁਸੀਂ ਏਜੰਸੀ ਲਈ ਕੰਮ ਕਰ ਰਹੇ ਹੋ। ਫॉर ਐਗਜ਼ਾਮਪਲ, ਜੇ ਤੁਸੀਂ ਏਜੰਸੀ ਨੇ ਤੁਹਾਨੂੰ ਹਾਇਰ ਕੀਤਾ ਫॉर ਐਗਜ਼ਾਮਪਲ ਆਫਿਸ ਐਡਮਿਨਿਸਟ੍ਰੇਸ਼ਨ ਪੋਜੀਸ਼ਨ ਲਈ, ਤਾਂ ਤੁਸੀਂ ਕੰਪਨੀ ਏਜੰਸੀ 'ਚ ਹੀ ਕਰਦੇ ਹੋ, ਨਾਟ ਦੈਟ ਏਜੰਸੀ ਤੁਹਾਨੂੰ ਅੱਗੇ ਭੇਜ ਰਹੀ ਹੈ ਕਿਸੇ ਕੰਮ ਲਈ, ਰਾਈਟ। ਫਿਰ ਤੁਸੀਂ ਐਲੀਜੀਬਲ ਨਹੀਂ ਹੋ। ਦੇ ਹੈਵ ਟੂ ਮੀਟ ਦ ਐਡਵਰਟਾਈਜ਼ਮੈਂਟ ਰਿਕੁਆਇਰਮੈਂਟ। ਐਡਵਰਟਾਈਜ਼ਮੈਂਟ ਰਿਕੁਆਇਰਮੈਂਟ ਇੰਪਲੋਇਰ ਨੂੰ ਮੀਟ ਕਰਨੀਆਂ ਪੈਂਦੀਆਂ ਅਨਲੈਸ ਦਾ ਵਰਕਰ ਜਿਹੜਾ ਹੈਗਾ ਜਾਂ ਤਾਂ ਓਪਨ ਵਰਕ ਪਰਮਿਟ ਹੈ, ਜਿਵੇਂ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਹੈ, ਜਾਂ ਤੁਸੀਂ ਪਹਿਲਾਂ ਹੀ ਅਗਰ ਤੁਸੀਂ ਆਊਟਸਾਈਡ ਕੈਨੇਡਾ ਜਾਂ ਕੁਛ ਵੀ ਹੋਰ ਹੈ, ਤੁਸੀਂ LMIA ਬੇਸ 'ਤੇ ਆਏ ਹੋ, ਦੈਨ ਦ ਇੰਪਲੋਇਰ ਡਜ਼ ਨਾਟ ਨੀਡ ਟੂ ਮੀਟ ਦ ਐਡਵਰਟਾਈਜ਼ਿੰਗ ਰਿਕੁਆਇਰਮੈਂਟਸ। ਐਂਡ ਦੇ ਮਸਟ ਇਨਕਲੂਡ ਦਾ ਜਿਹੜਾ ਇੰਪਲੋਇਰ ਫਾਰਮ ਹੈ ਉਹ ਹੈਗਾ NSNP 200 ਫਾਰਮ ਵਿਦ ਦ ਐਪਲੀਕੇਸ਼ਨ। ਐਂਡ ਦੇ ਇੰਪਲੋਇਰ ਸ਼ੁੱਡ ਪ੍ਰੋਵਾਈਡ ਯੂ ਐਕਸੈਪਟਡ ਜੌਬ ਆਫਰ ਪਰਮਾਨੈਂਟ ਫੁੱਲ ਟਾਈਮਲੀ, ਰਾਈਟ। ਹੁਣ ਆਪਾਂ ਗੱਲ ਕਰੀਏ ਕਿ ਜਿਹੜਾ ਵਰਕ ਐਕਸਪੀਰੀਅੰਸ ਹੈ ਉਹਦਾ ਕੀ ਰੈਫਰੈਂਸ ਲੈਟਰ ਦਾ ਕੀ ਫਾਰਮੈਟ ਹੋਣਾ ਚਾਹੀਦਾ ਜਾਂ ਕੀ ਚੀਜ਼ਾਂ ਉਸ 'ਚ ਇਨਕਲੂਡਡ ਹੋਣੀਆਂ ਚਾਹੀਦੀਆਂ। ਪਹਿਲੀ ਗੱਲ ਹੈ, ਵਰਕ ਐਕਸਪੀਰੀਅੰਸ ਜਿਹੜਾ ਹੋਣਾ ਚਾਹੀਦਾ ਹੈ ਉਹ ਰਿਲੇਟਡ ਟੂ ਜੌਬ ਹੋਣਾ ਚਾਹੀਦਾ ਐਂਡ ਮਸਟ ਬੀ ਪੇਡ ਵਰਕ, ਰਾਈਟ। ਸੋ ਓਬਵੀਅਸਲੀ ਇੱਕੋ ਸਟਰੀਮ ਹੈ ਜਿਹਦੇ ਵਿੱਚ ਵਰਕ ਐਕਸਪੀਰੀਅੰਸ ਨਹੀਂ ਚਾਹੀਦਾ, ਦੈਟ ਇਜ਼ ਇੰਟਰਨੈਸ਼ਨਲ ਗ੍ਰੈਜੂਏਟਸ ਇਨ ਡਿਮਾਂਡ ਸਟਰੀਮ। ਬਾਕੀਆਂ ਸਾਰਿਆਂ ਦੇ ਵਿੱਚ ਵਰਕ ਐਕਸਪੀਰੀਅੰਸ ਚਾਹੀਦਾ। ਤੇ ਵਰਕ ਐਕਸਪੀਰੀਅੰਸ ਜਿਹਨੂੰ ਐਕਸਪੀਰੀਅੰਸ ਲੈਟਰ ਕਹਿ ਲਓ, ਰੈਫਰੈਂਸ ਲੈਟਰ ਕਹਿ ਲਓ, ਉਹਦੀਆਂ ਕੁਝ ਕੰਡੀਸ਼ਨਾਂ ਹੈਗੀਆਂ। ਪਹਿਲੀ ਕੰਡੀਸ਼ਨ ਤਾਂ ਇਹੀ ਹੈ ਕਿ ਉਹ ਇਟ ਹੈਜ਼ ਟੂ ਬੀ ਔਨ ਦ ਕੰਪਨੀ ਲੈਟਰ ਹੈਡ ਤੇ ਮਸਟ ਬੀ ਸਟੈਂਪਡ ਵਿਦ ਅਫੀਸ਼ੀਅਲ ਸੀਲ, ਜੇ ਉਹਨਾਂ ਕੋਲ ਸੀਲ ਹੈਗੀ ਹੈ, ਨਹੀਂ ਤਾਂ ਕੰਪਨੀ ਲੈਟਰ ਹੈਡ 'ਤੇ ਤਾਂ ਮਿਨੀਮਮ ਚਾਹੀਦਾ ਹੀ ਚਾਹੀਦਾ। ਇਸ ਤੋਂ ਇਲਾਵਾ ਜਿਹੜੀਆਂ ਹੋਰ ਚੀਜ਼ਾਂ ਉਹ ਵੀ ਲਿਖੀਆਂ ਹੋਈਆਂ ਕਿ ਕੰਪਨੀ ਦਾ ਫੁੱਲ ਐਡਰੈਸ ਹੋਣਾ ਚਾਹੀਦਾ, ਟੈਲੀਫੋਨ, ਈਮੇਲ, ਵੈਬਸਾਈਟ ਦੀ ਇਨਫੋਰਮੇਸ਼ਨ, ਜਿਹੜਾ ਸਾਈਨ ਹੋਣਾ ਚਾਹੀਦਾ ਲੈਟਰ ਦੇ ਉੱਤੇ ਉਹ ਆਥੋਰਾਈਜ਼ ਸਿਗਨੇਟਰੀ ਹੋਣਾ ਚਾਹੀਦਾ, ਵਿਚ ਕੁਡ ਬੀ ਸੁਪਰਵਾਈਜ਼ਰ ਔਰ ਰਿਸਪੌਂਸਿਬਲ ਪਰਸਨ। ਉਹ ਤੁਹਾਨੂੰ ਦੱਸਣਾ ਚਾਹੀਦਾ ਕਿਸ ਟਾਈਮ ਤੋਂ ਤੁਸੀਂ ਕੰਮ ਕਰ ਰਹੇ ਸੀਗੇ, ਕਿਸ ਟਾਈਮ ਤੋਂ ਕਿਸ ਟਾਈਮ ਤੱਕ ਤੁਸੀਂ ਕੰਪਨੀ ਲਈ ਕੰਮ ਕਰ ਰਹੇ ਸੀ, ਕੀ ਤੁਹਾਡਾ ਟਾਈਟਲ ਸੀਗਾ, ਅਮਾਊਂਟ ਆਫ ਟਾਈਮ ਯੂ ਵਰਕਡ ਇਨ ਈ ਜੌਬ। ਅਗਰ ਤੁਸੀਂ ਇੱਕੋ ਕੰਪਨੀ 'ਚ ਜਾਂ ਅੱਡ ਕੰਪਨੀ 'ਚ ਕਿੰਨੀ ਦੇਰ ਕੰਮ ਕੀਤਾ ਤਾਂ ਹਰੇਕ ਉਹ ਐਕਸਪੀਰੀਅੰਸ ਚਾਹੀਦਾ।
ਮੋਸਟ ਇੰਪੋਰਟੈਂਟ ਮੇਨ ਡਿਊਟੀਜ਼ ਹੋਣੀ ਚਾਹੀਦੀਆਂ ਕਿ ਕਿਹੜਾ ਕੰਮ ਕਰਦੇ ਸੀ, ਅਦਰਵਾਈਜ਼ ਉਹ ਤੁਸੀਂ ਨੌਕ ਨਾਲ ਮੈਚ ਨਹੀਂ ਕਰ ਸਕਦੇ। ਸੋ ਇਟਸ ਇੰਪੋਰਟੈਂਟ ਦੈਟ ਜਿਹੜੀ ਤੁਹਾਡੀ ਜੌਬ ਡਿਊਟੀਜ਼ ਹੈ ਐਟਲੀਸਟ 51% ਮੀਟ ਕਰਨੀਆਂ ਚਾਹੀਦੀਆਂ ਨੌਕ ਦੇ ਸਪੈਸੀਫਿਕਲੀ। ਤੁਹਾਡੀ ਸੈਲਰੀ ਹੋਣੀ ਚਾਹੀਦੀ ਹੈ ਤੇ ਨੰਬਰ ਆਫ ਆਵਰਸ ਯੂ ਵਰਕਡ ਇਨ ਈਚ ਜੌਬ ਹੈਜ਼ ਟੂ ਬੀ ਦੇਅਰ। ਵਾਈ ਨੰਬਰ ਆਫ ਆਵਰਸ? ਨੰਬਰ ਆਫ ਆਵਰਸ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਮੋਸਟ ਆਫ ਦ ਪੀ ਐਨ ਪੀਜ਼ ਐਂਡ ਈਵਨ ਐਕਸਪ੍ਰੈਸ ਐਂਟਰੀ ਦੇ ਅੰਡਰ ਵੀ ਜਿਹੜਾ ਤੁਹਾਡਾ ਐਕਸਪੀਰੀਅੰਸ ਹੈ ਉਹ ਕਾਊਂਟਡ, ਜਿਹੜਾ ਫੁੱਲ ਟਾਈਮ ਜਿਹੜਾ ਕਾਊਂਟ ਹੁੰਦਾ ਉਹ ਹੁੰਦਾ 30 ਆਵਰਸ ਔਰ ਮੋਰ ਐਕਸਪੀਰੀਅੰਸ ਵਿਦਨ ਅ ਵੀਕ। ਜੇ ਤੁਸੀਂ ਇੱਦਾਂ ਹੀ ਲਿਖਿਆ ਕਿ ਉਹ ਬੰਦਾ ਫੁੱਲ ਟਾਈਮ ਕੰਮ ਕਰਦਾ, ਉਸ ਤੋਂ ਨਹੀਂ ਪਤਾ ਲੱਗਦਾ ਕਿ ਉਸਨੇ ਐਕਚੁਅਲੀ ਉਹ ਜਿਹੜੇ ਨੰਬਰ ਆਫ ਆਵਰਸ ਜਿਹੜੇ ਡਿਫਾਈਨ ਕਰਦੇ ਫੁੱਲ ਟਾਈਮ ਵਰਕ ਐਕਸਪੀਰੀਅੰਸ ਨੂੰ ਉਹ ਮੀਟ ਕੀਤਾ ਕਿ ਨਹੀਂ। ਸੋ ਇਟਸ ਇੰਪੋਰਟੈਂਟ ਟੂ ਹੈਵ ਦੈਟ ਥਿੰਗ ਇਨਫੋਰਮੇਸ਼ਨ ਐਂਡ ਟੋਟਲ ਨੰਬਰ ਆਫ ਆਵਰਸ ਕਿੰਨੀ ਦੇਰ ਕੰਮ ਕੀਤਾ ਇਨ ਦੈਟ ਸਪੈਸੀਫਿਕ ਜੌਬ। ਹੁਣ ਕੁਝ ਬੋਨਸ ਪੁਆਇੰਟਸ ਹੈਗੇ ਆ। ਸੋ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਹੈ, ਜਿਹੜੀਆਂ ਸਟਰੀਮਸ ਹੈਗੀਆਂ ਇਹਦੇ ਵਿੱਚ, ਉਹ ਈਵਨ ਪਾਇਲਟ ਸਟਰੀਮਸ ਹੈ, ਕਦੋਂ ਵੀ ਐਂਡ ਕਰ ਸਕਦੇ ਆ ਜਾਂ ਉਹਦੇ ਵਿੱਚ ਕੁਝ ਚੇਂਜਸ ਕਰ ਸਕਦੇ। ਸੋ ਉਹ ਤੁਸੀਂ ਹਮੇਸ਼ਾ ਕੇਅਰਫੁਲ ਰਹਿਣਾ। ਤੇ ਜਿਹੜਾ ਲੇਟੈਸਟ ਹੈਗਾ ਇਨਫੋਰਮੇਸ਼ਨ ਉਹ ਪੀਐਨਪੀ ਦੇ ਵੈਬਸਾਈਟ ਤੇ ਜਾ ਕੇ ਦੇਖੋ ਨੋਵਾ ਸਕੋਸ਼ੀਆ ਦੀ, ਕਿ ਉਹਨਾਂ ਦੇ ਵਿੱਚ ਕੀ ਚੇਂਜਸ ਲੈ ਕੇ ਆਏ ਆ। ਫੋਰ ਐਗਜ਼ਾਮਪਲ ਹੁਣ ਮੈਂ ਇੱਕ ਨੋਵਾ ਸਕੋਸ਼ੀਆ ਐਕਸਪੀਰੀਅੰਸ ਦੀ ਐਕਸਪ੍ਰੈਸ ਐਂਟਰੀ ਸਟਰੀਮ ਦੀ ਅਗਰ ਗੱਲ ਕਰਾਂ, ਤੁਸੀਂ ਐਲੀਜੀਬਲ ਨਹੀਂ ਹੋ। ਫੋਰ ਐਗਜ਼ਾਮਪਲ ਲੈਸੇ ਕਿਸੇ ਬੱਚੇ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਿਆ ਓਨਟਾਰੀਓ ਤੋਂ ਜਾਂ ਬ੍ਰਿਟਿਸ਼ ਕੋਲੰਬੀਆ ਤੋਂ, ਉਸ ਬੇਸ ਤੇ ਉਹ ਉੱਥੇ ਕੰਮ ਕਰ ਰਿਹਾ, ਉਹ ਇੱਕ ਜਿਹੜੀ ਸਟਰੀਮ ਹੈਗੀ ਇਹਨਾਂ ਦੀ ਐਕਸਪ੍ਰੈਸ ਐਂਟਰੀ ਸਟਰੀਮ, ਉਹਦੇ ਵਿੱਚ ਉਹ ਐਲੀਜੀਬਲ ਨਹੀਂ, ਉਹ ਵਾਲਾ ਵਰਕ ਐਕਸਪੀਰੀਅੰਸ ਉਹਦੇ ਵਿੱਚ ਐਲੀਜੀਬਲ ਨਹੀਂ ਹੋ ਸਕਦਾ, ਰਾਈਟ। ਇਹ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਵੈਬਸਾਈਟ 'ਤੇ, ਸੋ ਤੁਹਾਨੂੰ ਉਹਦਾ ਧਿਆਨ ਰੱਖਣਾ ਪੈਣਾ। ਪਲੱਸ ਉਹਨਾਂ ਨੇ ਹੁਣ ਪਿੱਛੇ ਜਿਹੜਾ ਫੂਡ ਸਰਵਿਸ ਸੁਪਰਵਾਈਜ਼ਰ ਜਿਹੜਾ ਨੌਕ ਕੋਡ 62020 ਹੈ, ਇਹ ਵੀ ਦੱਸਦਾ ਸੀ ਇਹ ਵੀ ਐਲੀਜੀਬਲ ਨਹੀਂ ਹੈ। ਸੋ ਐਦਾਂ ਉਹ ਚੀਜ਼ਾਂ ਐਡ ਵੀ ਕਰ ਸਕਦੇ ਆ, ਡਿਡਕਟ ਵੀ ਕਰ ਸਕਦੇ ਆ। ਸੋ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਅਨਸਰਟਨਟੀ ਤਾਂ ਰਹੂਗੀ ਇਹਦੇ ਵਿੱਚ ਕਿ ਵੈਨ ਯੂ ਆਰ ਗੋਇੰਗ ਫॉर any kind of PNP and including Nova Scotia PNP. ਸੋ ਇਫ ਯੂ ਨੀਡ ਮਾਈ ਹੈਲਪ, ਮੇਰਾ ਕੰਟੈਕਟ ਇਨਫੋਰਮੇਸ਼ਨ ਅਵੇਲੇਬਲ ਹੈਗੀ ਹੈ। ਮੈਨੂੰ ਤੁਸੀਂ ਮੋਬਾਈਲ 'ਤੇ WhatsApp 'ਤੇ ਕਾਲ ਕਰ ਸਕਦੇ ਹੋ। ਮੇਰਾ ਨੰਬਰ ਹੈ 143784872200। ਵੈਬਸਾਈਟ ਹੈਗੀ ਹੈ www.dilimmigration.com। ਈਮੇਲ ਕਰ ਸਕਦੇ ਹੋ info@dilimmigration.com। ਮੇਰਾ YouTube ਹੈਂਡਲ ਹੈ /@realdilsandhu। ਇਹਦੇ ਉੱਤੇ ਮੈਂ ਇੱਕ ਇਸ ਤੋਂ ਪਹਿਲਾਂ ਨੋਵਾ ਸਕੋਸ਼ੀਆ ਦੀ ਇੱਕ ਹੋਰ ਵੀਡੀਓ ਬਣਾਈ ਹੈ ਜਿਹਦੇ ਵਿੱਚ ਸਟਰੀਮਸ ਡਿਸਕਸ ਕੀਤੀਆਂ। ਇਹਦੇ ਵਿੱਚ ਮੈਂ ਇਹ ਡਿਸਕਸ ਕਰ ਰਿਹਾ ਕਿ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ। ਸੋ ਥੈਂਕ ਯੂ ਸੋ ਮਚ। ਆਈ ਹੋਪ ਯੂ ਲਰਨਡ ਸਮਥਿੰਗ ਨਿਊ ਐਂਡ ਆਈ ਵਾਂਟ ਟੂ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ ਟਿਲ ਦ ਐਂਡ।